ਤੌਰ ਤੇ ਖੜੇ ਆ। ਅੱਗੇ ਜੋ ਸਾਡੇ ਲੀਡਰ ਕਹਿਣਗੇ ਇਹਨੂੰ ਤੋੜਨਾ ਪਿਆ ਤੋੜ ਕੇ ਵੀ ਪਾਰ ਜਾਵਾਂਗੇ। ਉਹਨਾਂ ਦੇ ਤਾਰ ਦੀ ਕੋਸ਼ਿਸ਼ ਹੋ ਰਹੀ ਹੈ। ਕੱਲੇ ਵੀ ਹੋਈ ਝੜਪ ਹੋਈਆਂ, ਕਿਸੇ ਨੇ ਪੱਥਰ ਮਾਰਿਆ, ਉਧਰੋਂ ਫਿਰ ਉਹਦੇ ਸ਼ੁਰੂ ਹੋ ਗਈ। ਸਾਡੇ ਕਈਆਂ ਦੇ ਸਿਰ ਪੱਟੇ ਆ, ਉਹਨਾਂ ਦੇ ਸਿਰ ਪੱਟ ਗਏ ਕਈਆਂ ਦੇ। ਅੱਗੇ ਤਾਂ ਰਣਨੀਤੀ ਤਾਂ ਮੋਦੀ ਹੁਣੀ ਬਣਾਉਂਦੇ ਆ ਵੀ ਲਿਜਾ ਕੇ ਤਾੜ ਲਿਓ ਉਹ ਚ ਮੈਦਾਨ 'ਚ, ਪਰ ਇਦੋਂ ਗਾਹ ਨਹੀਂ ਜਾਣਾ ਬਾਈ। ਬਹੁਤ ਟਾਈਮ ਹੋ ਗਿਆ ਸਿਆਸਤਦਾਨਾਂ ਦੀ, ਬਹੁਤ ਟਾਈਮ ਹੋ ਗਿਆ ਸੁਣਦਿਆਂ ਦੀ। ਹੁਣ ਅਸੀਂ ਕਿਸਾਨ ਆਪਦੇ ਮਨ ਦੀ ਕਰੂ। ਇਹ ਸਾਡੇ ਭਾਈ ਨੇ ਮੋਦੀ ਨੇ ਜਵਾਈ ਨੇ, ਇਹ ਸਾਡੇ ਭਾਈ ਨੇ ਮੋਦੀ ਨੇ ਜਵਾਈ ਨੇ। ਖੱਡੇ ਪੁੱਟਣ ਵਾਲੇ ਕੌਣ ਸੀਗੇ? ਕੰਡਿਆਲੀਆਂ ਤਾਰਾਂ ਲਾਉਣ ਵਾਲੇ, ਵਿਛਾਣਾ ਵਾਲੇ ਦੇ ਬੰਦੇ ਕੌਣ ਸੀਗੇ? ਚਾਰ ਹਿੱਸਿਆਂ 'ਚ ਵੰਡ ਕੇ ਸਾਡੇ ਸੰਘਰਸ਼ ਨੂੰ ਕਮਜ਼ੋਰ ਕਰਨਾ ਪਾਉਂਦੇ ਨੇ। ਅਲੱਗ-ਅਲੱਗ ਜਗ੍ਹਾ ਦੇ ਰਹੇ ਨੇ, ਅਸੀਂ ਇੱਕ ਜਗ੍ਹਾ ਹੀ ਬੈਠਾਂਗੇ। ਆ ਸਿੰਘਾਂ ਨੇ ਕਰਤਾ ਆ ਲੈ ਗਏ ਦਿੱਲੀਏ ਆ ਗਏ, ਉਹ ਦਿੱਲੀਏ ਆ ਗਏ। ਤੇਰੀ ਹਿੱਕ ਤੇ ਚੜਨਗੇ ਜੱਟ, ਤੇਰੀ ਹਿੱਕ ਤੇ। ਬੋਲੇ ਸੋਨਿਹਾ ਸਤਿ ਸ੍ਰੀ ਅਕਾਲ। ਉਹ ਭਾਈ ਗਲੇ ਖਰਾਬ ਹੋ ਗਏ ਸਾਡੇ। ਉਹ ਸ਼ੇਰ ਕਰੋ ਸ਼ੇਰ, ਆ ਪੰਜਾਬ ਦੀ ਜਵਾਨੀ ਆਉਂਦਾ। ਇੱਕ ਹੋਰ ਪੱਪਰ ਸ਼ੇਰ ਖਿੱਚੀ। ਓਏ ਪੰਜਾਬ ਨੂੰ ਡੱਕ ਕੇ ਦਿਖਾਉਣ ਪੰਜਾਬ ਨੂੰ। ਆਉਂਦੇ ਜੱਟ ਆ ਦੂਰ ਨਹੀਂ, ਦਿੱਲੀ 25 ਕਿਲੋਮੀਟਰ ਆ ਇੱਥੋਂ ਸਿਰਫ। ਓਏ ਮੋਦੀ सरकार दे आ वेख लो टट पूंजिए खड़े, आओ खड़ी है सारी एक। किसान का मंडी, किसान का फसल, किसान का जमीन अंबानी अदानी खरीद लेगा। मजदूरों के लिए कानून बना है कि यही अंबानी अदानी का कंपनी उसको जब मन चाहे नौकरी से निकाल देगा। ਸਤਿ ਸ਼੍ਰੀ ਅਕਾਲ, ਮੈਂ ਅਮਨ ਮੋਹਨ ਮੋਹਜਾਲ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਹੈਲੋ ਪੰਜਾਬ। ਹੈਲੋ ਪੰਜਾਬ ਦੇ ਵਿੱਚ ਗੱਲ ਹੋਵੇਗੀ ਕਿਸਾਨਾਂ ਦੀ। ਬੀਤੇ ਦਿਨੀ ਦਿੱਲੀ ਨਾਲ ਲੱਗਦੇ ਬਾਰਡਰਾਂ ਦੇ ਉੱਤੇ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਪੂਰੀ ਵਾਹ ਲਾਈ ਗਈ। ਪੁਲਿਸ ਦੇ ਵੱਲੋਂ ਕਿਸਾਨਾਂ ਦੇ ਉੱਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਅਤੇ ਹੰਝੂ ਗੈਸ ਦੇ ਗੋਲੇ ਸੁੱਟੇ ਗਏ। ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਰੋਹ ਅੱਗੇ ਚੁੱਕਦਿਆਂ ਉਹਨਾਂ ਨੂੰ ਬੁਰਾੜੀ ਦੇ ਨਿਰੰਕਾਰੀ ਮੈਦਾਨ ਦੇ ਵਿੱਚ ਇਕੱਤਰ ਹੋਣ ਦੀ ਮਨਜ਼ੂਰੀ ਦਿੱਤੀ, ਪਰ ਕਿਸਾਨ ਨਹੀਂ ਮੰਨੇ ਅਤੇ ਉਹਨਾਂ ਨੇ ਜੀਟੀ ਰੋਡ ਦੇ ਉੱਤੇ ਹੀ ਧਰਨਾ ਲਾ ਦਿੱਤਾ। ਖੇਤੀ ਕਾਨੂੰਨਾਂ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਦਿੱਲੀ ਅਤੇ ਦਿੱਲੀ ਦੇ ਆਲੇ ਦੁਆਲੇ ਧਰਨੇ ਜਾਰੀ ਨੇ। ਬੀਤੀ ਰਾਤ ਠੰਡ ਦੇ ਵਿੱਚ ਹੀ ਕਿਸਾਨਾਂ ਨੇ ਬਾਰਡਰਾਂ ਦੇ ਉੱਤੇ ਰਾਤ ਬਿਤਾਈ। ਮੱਗਰ ਦੇ ਕੜਾਕੇ ਦੀ ਠੰਡ ਦੇ ਵਿੱਚ ਜਦੋਂ ਅਸੀਂ ਆਪਣੇ ਘਰਾਂ ਦੇ ਵਿੱਚ ਰਜਾਈਆਂ ਦੇ ਵਿੱਚ ਲੁਕੇ ਬੈਠੇ ਹਾਂ ਤਾਂ ਦੂਜੇ ਪਾਸੇ ਦੇਸ਼ ਦਾ ਅੰਨਦਾਤਾ ਕਿਸਾਨ ਖੁੱਲੇ ਅਸਮਾਨ ਥੱਲੇ ਸੜਕਾਂ ਦੇ ਉੱਤੇ ਰਾਤ ਦੀ ਠੰਡ ਹੰਢਾ ਰਿਹਾ ਹੈ। ਕਿ ਅਸੀਂ ਅਜਿਹੀ ਲੋਕਤੰਤਰ ਦੀ ਕਲਪਨਾ ਕੀਤੀ ਸੀ ਜਿੱਥੇ ਬੋਲਣ ਦੀ ਆਜ਼ਾਦੀ ਦੇ ਉੱਤੇ ਹੀ ਪਾਬੰਦੀ ਲਾ ਦਿੱਤੀ ਜਾਵੇ। ਦਿੱਲੀ ਕੂਚ ਕਰ ਰਹੇ ਕਿਸਾਨ ਆਪਣੇ ਦੇਸ਼ ਦੀ ਰਾਜਧਾਨੀ ਦੇ ਵਿੱਚ ਦੇਸ਼ ਦੇ ਹੁਕਮਰਾਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਹੀ ਤਾਂ ਜਾ ਰਹੇ ਸੀ, ਪਰ ਕਿਸਾਨਾਂ ਨੂੰ ਰੋਕਣ ਲਈ ਭਾਜਪਾ ਦੀਆਂ ਸਰਕਾਰਾਂ ਨੇ ਜੋ ਹੱਥਕੰਡੇ ਅਪਣਾਏ ਉਸ ਨੂੰ ਦੇਖ ਕੇ ਲੋਕਤੰਤਰ ਤੇ ਜਮਹੂਰੀਅਤ ਪੱਖੀ ਆਮ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਉੱਠ ਰਹੇ ਹਨ। ਸਭ ਤੋਂ ਪਹਿਲਾ ਸਵਾਲ ਇਹ ਉੱਠ ਰਿਹਾ ਹੈ, ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਹਰਿਆਣਾ ਦੀਆਂ ਸਰਹੱਦਾਂ ਦੇ ਉੱਤੇ ਕਿਉਂ ਰੋਕਿਆ ਗਿਆ? ਕਿ ਦਿੱਲੀ ਪੰਜਾਬ ਦੀ ਰਾਜਧਾਨੀ ਨਹੀਂ ਜਿੱਥੇ ਕਿਸਾਨ ਜਾ ਸਕਣ? ਦੂਜਾ ਸਵਾਲ ਇਹ ਹੈ ਕਿ 2 ਮਹੀਨਿਆਂ ਤੋਂ ਵੱਧ ਸਮੇਂ ਤੋਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਜਦੋਂ ਹਰਿਆਣਾ ਰਾਹੀਂ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕੀਤੀ ਤੇ ਕਿਸਾਨਾਂ ਦੇ ਉੱਤੇ ਪਾਣੀ ਦੀਆਂ ਬੁਛਾੜਾਂ, ਅਥਰੂ ਗੈਸ ਦੇ ਗੋਲੇ ਤੇ ਸੜਕਾਂ ਪੱਟ ਕੇ ਰੋਕਣ ਦੀ ਕੋਸ਼ਿਸ਼ ਕਿਉਂ ਕੀਤੀ ਗਈ? ਤੀਜਾ ਸਵਾਲ ਇਹ ਉੱਠਦਾ ਹੈ, ਜੇ ਪੰਜਾਬ ਤੇ ਹੋਰ ਸੂਬਿਆਂ ਦੇ ਲੋਕਾਂ ਨੂੰ ਕੌਮੀ ਰਾਜਧਾਨੀ ਦਿੱਲੀ ਆ ਕੇ ਆਪਣੀ ਗੱਲ ਰੱਖਣ ਦਾ ਹੱਕ ਨਹੀਂ ਤਾਂ ਫਿਰ ਉਹ ਕਿੱਥੇ ਜਾਣ? ਚੌਥਾ ਸਵਾਲ, ਸਰਕਾਰਾਂ ਦੇ ਲਏ ਫੈਸਲਿਆਂ ਦੇ ਨਾਲ ਸਹਿਮਤੀ ਤੇ ਅਸਹਿਮਤੀ ਜ਼ਾਹਰ ਕਰਨਾ ਲੋਕਾਂ ਦਾ ਸੰਵਿਧਾਨਕ ਹੱਕ ਹੈ, ਫਿਰ ਇਹ ਹੱਕ ਕਿਉਂ ਖੋਇਆ ਜਾ ਰਿਹਾ ਹੈ? ਪੰਜਵਾਂ ਸਵਾਲ, ਜੇ ਕਰੋਨਾ ਕਾਰਨ ਕਿਸਾਨਾਂ ਦੇ ਇਕੱਠ ਰੋਕਣ ਦੀ ਕੋਸ਼ਿਸ਼ ਹੈ ਤਾਂ ਬਿਹਾਰ ਦੀਆਂ ਚੋਣਾਂ ਦੌਰਾਨ ਹੋਏ ਇਕੱਠ ਕਿਉਂ ਹੋਣ ਦਿੱਤੇ ਗਏ? ਛੇਵਾਂ ਸਵਾਲ, ਮਹਾਮਾਰੀ ਦੇ ਦੌਰ ਦੇ ਵਿੱਚ ਜੇ ਸਰਕਾਰ ਲੋਕਾਂ ਦੀ ਰੋਜ਼ੀ ਰੋਟੀ ਨਾਲ ਜੁੜੇ ਅਜਿਹੇ ਕਾਨੂੰਨ ਲਿਆ ਸਕਦੀ ਹੈ ਤਾਂ ਕੀ ਸੰਬੰਧਿਤ ਲੋਕ ਆਪਣੀ ਪ੍ਰਤੀਕਿਰਿਆ ਜ਼ਾਹਰ ਨਹੀਂ ਕਰ ਸਕਦੇ? ਸੱਤਵਾਂ ਸਵਾਲ ਇਹ ਉੱਠਦਾ ਹੈ, ਕਿਸਾਨਾਂ ਦਾ 26/27 ਨੂੰ ਦਿੱਲੀ ਚਲੇ ਜਾਣ ਦਾ ਐਲਾਨ ਬਹੁਤ ਸਮਾਂ ਪਹਿਲਾਂ ਹੋ ਚੁੱਕਿਆ ਸੀ। ਅਜੇ ਦੇ ਵਿੱਚ ਕੇਂਦਰ ਸਰਕਾਰ ਨੇ ਗੱਲਬਾਤ ਦੀ ਪਹਿਲ ਸਮਾਂ ਰਹਿੰਦਿਆਂ ਕਿਉਂ ਨਹੀਂ ਕੀਤੀ? ਤੇ 8ਵਾਂ ਸਵਾਲ ਇਹ ਬਣਦਾ ਹੈ, ਜੇ ਲੋਕਾਂ ਨੇ ਆਪਣੇ ਜਮਹੂਰੀ ਹੱਕਾਂ ਲਈ
ਖੁਦ ਹੀ ਸੜਕਾਂ ਦੇ ਉੱਤੇ ਉਤਰਨਾ ਹੈ ਤਾਂ ਸਿਆਸੀ ਪਾਰਟੀਆਂ ਅਤੇ ਸਰਕਾਰਾਂ ਦੇ ਕੀ ਮਾਇਨੇ ਰਹਿ ਜਾਂਦੇ ਨੇ। ਸਵਾਲ ਤਾਂ ਹੋਰ ਵੀ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਉਬਾਲੇ ਮਾਰ ਰਹੇ ਨੇ, ਕਿਉਂਕਿ ਲੋਕਾਂ ਤੋਂ ਹਰ ਰੋਜ਼ ਮੋٹے ਟੈਕਸ ਵਸੂਲੇ ਜਾਂਦੇ ਨੇ, ਪਰ ਇਹਨਾਂ ਟੈਕਸਾਂ ਦਾ ਆਮ ਲੋਕਾਂ ਨੂੰ ਫਾਇਦਾ ਘੱਟ ਤੇ ਸਿਆਸਤਦਾਨਾਂ ਨੂੰ ਫਾਇਦਾ ਜ਼ਿਆਦਾ ਹੁੰਦਾ ਹੈ। ਦੇਸ਼ ਦਾ ਗਰੀਬ ਨਾਗਰਿਕ ਭੁੱਖਾ ਮਰ ਰਿਹਾ ਹੈ ਤੇ ਸਿਆਸਤਦਾਨ ਅਰਬਾਂ ਰੁਪਏ ਦੀਆਂ ਮੁਫਤ ਦੀਆਂ ਪੈਨਸ਼ਨਾਂ ਡਕਾ ਰਹੇ ਨੇ। ਦਿੱਲੀ ਕੂਚ ਕਰ ਰਹੇ ਕਿਸਾਨਾਂ ਨੇ ਬਹੁਤ ਸਾਰੇ ਸੁੱਤੇ ਪਏ ਲੋਕਾਂ ਦੀ ਜ਼ਮੀਰ ਨੂੰ ਵੀ ਜਗਾਇਆ ਹੈ। ਉਹਨਾਂ ਹੋਕਾ ਦਿੱਤਾ ਹੈ, ਆਪਣੇ ਹੱਕਾਂ ਲਈ ਉੱਠ ਖੜੇ ਹੋਵੋ, ਨਹੀਂ ਤਾਂ ਹਕੂਮਤਾਂ ਨੇ ਸਾਨੂੰ ਆਪਣੀ ਜੁੱਤੀ ਥੱਲੇ ਦਬਾਈ ਰੱਖਣਾ ਹੈ। ਇਸ ਤੋਂ ਪਹਿਲਾਂ ਵੀ ਤਾਂ ਦੇਸ਼ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਦੇ ਲਈ ਅਸਹਿਯੋਗ ਅਤੇ ਅਹਿੰਸਕ ਅੰਦੋਲਨਾਂ ਦਾ ਸਹਾਰਾ ਲਿਆ ਗਿਆ ਸੀ। ਆਜ਼ਾਦੀ ਦੇ 70 ਸਾਲਾਂ ਬਾਅਦ ਅੰਦੋਲਨਕਾਰੀ ਅੱਜ ਵੀ ਸੜਕਾਂ ਬੰਦ ਕਰਦੇ ਹਨ ਤੇ ਪੁਲਿਸ ਉਹਨਾਂ ਨੂੰ ਖੁਲਵਾਉਂਦੀ ਹੈ, ਪਰ ਇੱਥੇ ਪੁੱਠਾ ਹੋ ਰਿਹਾ ਹੈ। ਪੁਲਿਸ ਹੀ ਰਾਹ ਬੰਦ ਕਰ ਰਹੀ ਹੈ ਅਤੇ ਕਿਸਾਨ ਉਹਨਾਂ ਨੂੰ ਖੋਲ ਰਹੇ ਨੇ। ਕਾਲੇ ਕਾਨੂੰਨ ਰੱਦ ਕਰੋ, ਰੱਦ ਕਰੋ, ਰੱਦ ਕਰੋ। ਤਾਨਾਸ਼ਾਹੀ ਨਹੀਂ ਚਲੇਗੀ, ਨਹੀਂ ਚਲੇਗੀ, ਨਹੀਂ ਚਲੇਗੀ। ਤਾਨਾਸ਼ਾਹੀ ਨਹੀਂ ਚਲੇਗੀ, ਨਹੀਂ ਚਲੇਗੀ, ਨਹੀਂ ਚਲੇਗੀ। ਅੱਗੇ ਤਾਂ ਰਣਨੀਤੀ ਤਾਂ ਮੋਦੀ ਹੁਣੀ ਬਣਾਉਂਦੇ ਆ ਵੀ ਲਿਜਾ ਕੇ ਤਾੜ ਲਿਓ ਚ ਮੈਦਾਨ 'ਚ, ਪਰ ਇਦੋਂ ਗਾਹ ਨਹੀਂ ਜਾਣਾ ਬਾਈ। ਬਹੁਤ ਟਾਈਮ ਹੋ ਗਿਆ ਸਿਆਸਤਦਾਨਾਂ ਦੀ, ਬਹੁਤ ਟਾਈਮ ਹੋ ਗਿਆ ਸੁਣਦਿਆਂ ਦੀ। ਹੁਣ ਅਸੀਂ ਕਿਸਾਨ ਆਪਦੇ ਮਨ ਦੀ ਕਰੂ, ਹੁਣ ਸਾਡੇ ਹੱਕਾਂ ਦੀ ਗੱਲ ਆ, ਹੁਣ ਅਸੀਂ ਟੈਕੇ ਬਹਿਣ ਵਾਲੇ ਤਾਂ ਹੈ ਨਹੀਂ। ਕਿੰਨਾ ਟਾਈਮ ਲੱਗ ਗਿਆ ਜਦੋਂ ਆਏ ਸੀਗੇ? ਸਾਨੂੰ ਲੱਗ ਗਏ ਬਾਈ ਤਕਰੀਬਨ ਪਰਸੋਂ ਦੇ ਤੁਰੇ ਹੋਏ ਆ, ਪਰਸੋਂ ਦੇ ਤੁਰੇ ਹੋਏ ਆ। ਸਾਰਾ ਪ੍ਰਬੰਧ ਨਾਲ ਕਰਕੇ ਸਾਰਾ ਉਹ ਵੀਰੇ ਗੱਲ ਸੁਣ ਲਾ, ਆਪਣੀ ਜਿਹੜੀ ਕੌਮ ਆ ਹਨਾ, ਸਿੱਖ ਕੌਮ ਆ, ਇਹ ਤਾਂ ਬਾਹਰਲੇ ਮੁਲਕਾਂ 'ਚ ਜਾ ਕੇ ਲੰਗਰ ਲਾਉਂਦੀ ਆ। ਹੁਣ ਤਾਂ ਸਾਡੀ ਆਪ ਦੀ ਲੜਾਈ ਆ ਜੀ। ਹੁਣ ਸਮਾਨ ਤਾਂ ਸਾਡੇ ਕੋਲ ਭਣਨ ਲਾ ਵੀ ਲੈ ਕੇ ਆਉਂਦੇ ਤਾਂ ਵੀ ਵਾਧੂ ਆ ਜੀ। ਤੁਸੀਂ ਆਏ ਹੋ, ਤੁਸੀਂ ਇਹ ਗੱਲ ਦੱਸ ਦਿਓ ਵੀ ਤੁਸੀਂ ਪ੍ਰਸ਼ਾਦਾ ਛਕਿਆ, ਚਾਹ ਪੀਤੀ ਆ, ਤੁਹਾਨੂੰ ਕਿਸੇ ਨੇ ਤੁਹਾਡੀ ਬਾਂਹ ਤਾਂ ਨਹੀਂ ਫੜੀ? ਕੋਈ ਟੋੜ ਨਹੀਂ ਆਈ। ਦੱਸ, ਇਹ ਤਾਂ ਆਰਮੀ ਜਿਹੜੀ ਜੇ ਲੋੜ ਪਈ ਉਹਨਾਂ ਦੇ ਮੋਦੀ ਦੇ ਕਹਿਣੇ ਤੇ ਸਾਡੇ ਡਾਂਗਾ ਹੀ ਮਾਰੂਗੀ, ਪਰ ਉਹ ਪ੍ਰਸ਼ਾਦਾ ਵੀ ਸਾਤੋਂ ਸਕਦੀ ਆ। ਇਹ ਗੁਰੂ ਨਾਨਕ ਦੇਵ ਜੀ ਦਾ ਲੰਗਰ ਚਲਾਇਆ। ਆਜ਼ਾਦ ਭਾਰਤ ਦੇ ਵਿੱਚ ਪੁਲਿਸ ਪੱਥਰਾਂ ਅਤੇ ਕੰਡੇਦਾਰ ਤਾਰਾਂ ਦੇ ਨਾਲ ਸੜਕਾਂ ਜਾਮ ਕਰ ਰਹੀ ਹੈ ਤੇ ਆਪਣੇ ਹੱਕਾਂ ਦੀ ਲੜਾਈ ਲਈ ਅੱਗੇ ਵਧਦੇ ਅੰਦੋਲਨਕਾਰੀ ਉਹਨਾਂ ਰੁਕਾਵਟਾਂ ਨੂੰ ਹਟਾ ਰਹੇ ਨੇ। ਇਹ ਆਜ਼ਾਦ ਭਾਰਤ ਦੀਆਂ ਤਸਵੀਰਾਂ ਦੇਸ਼ ਨੂੰ ਸ਼ਰਮਸਾਰ ਕਰਨ ਵਾਲੀਆਂ ਨੇ। ਕੈਨੇਡਾ, ਅਮਰੀਕਾ ਸਣੇ ਹੋਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਮੂਲ ਦੇ ਸਿਆਸਤਦਾਨਾਂ ਨੇ ਇਸ ਦੀ ਨਖੇਦੀ ਕੀਤੀ ਹੈ। ਲੋਕਤੰਤਰ ਦੇ ਵਿੱਚ ਸ਼ਾਂਤਮਈ ਢੰਗ ਨਾਲ ਆਪਣੇ ਹੱਕਾਂ ਦੀ ਲੜਾਈ ਲਈ ਧਰਨੇ ਪ੍ਰਦਰਸ਼ਨ ਕਰਨ ਦਾ ਸੰਵਿਧਾਨਕ ਅਧਿਕਾਰ ਦੇਸ਼ ਦੇ ਹਰ ਇੱਕ ਨਾਗਰਿਕ ਨੂੰ ਹੈ, ਕਿਸਾਨਾਂ ਨੂੰ ਵੀ ਹੈ। ਇਹ ਨਾ ਸਿਰਫ ਵਿਧਾਨਕ ਅਧਿਕਾਰ ਹੈ, ਬਲਕਿ ਕਰੋਨਾ ਕਾਲ ਦੇ ਵਿੱਚ ਕਿਸਾਨਾਂ ਦਾ ਜੀਵਨ ਵੀ ਦਾਅ ਦੇ ਉੱਤੇ ਲੱਗਿਆ ਹੋਇਆ ਹੈ। ਕਰੀਬ 2 ਮਹੀਨਿਆਂ ਤੋਂ ਪੱਕੇ ਮੋਰਚਿਆਂ ਦੇ ਉੱਤੇ ਡਟੇ ਪੰਜਾਬ ਦੇ ਕਿਸਾਨਾਂ ਦੇ 2 ਦਰਜਨ ਦੇ ਕਰੀਬ ਸਾਥੀ ਪਹਿਲਾਂ ਹੀ ਮੌਤ ਦੇ ਮੂੰਹ ਦੇ ਵਿੱਚ ਜਾ ਚੁੱਕੇ ਨੇ। ਇੱਕ ਮੌਤ ਬੀਤੇ ਦਿਨੀ ਵੀ ਹੋਈ ਹੈ। ਜਾਰੀ ਕਰੋਨਾ ਮਹਾਮਾਰੀ ਦੌਰਾਨ ਖੁੱਲੀਆਂ ਸੜਕਾਂ ਉੱਤੇ ਸਰਦ ਰਾਤਾਂ ਗੁਜ਼ਾਰਦੇ ਕਿਸਾਨ ਆਪਣੇ ਹੱਕਾਂ ਲਈ ਆਪਣੀ ਜਾਨ ਵੀ ਦਾਅ ਉੱਤੇ ਲਾਈ ਬੈਠੇ ਨੇ। ਕਰੋਨਾ ਮਹਾਮਾਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾ ਨਾਰਾ ਦਿੱਤਾ ਸੀ, ਜਾਨ ਹੈ ਤਾਂ ਜਹਾਨ ਹੈ। ਫਿਰ ਦੂਜਾ ਨਾਰਾ ਦਿੱਤਾ, ਜਾਨ ਵੀ ਚਾਹੀਦੀ ਹੈ ਤੇ ਜਹਾਨ ਵੀ ਚਾਹੀਦਾ ਹੈ। ਇਹਨਾਂ ਦੋਵਾਂ ਨਾਰਿਆਂ ਦੇ ਕਾਰਨ ਹੀ ਕਿਸਾਨ ਸੜਕਾਂ ਦੇ ਉੱਤੇ ਉਤਰਨ ਲਈ ਮਜਬੂਰ ਹੋਏ ਨੇ। ਕੇਂਦਰ ਦੇ ਖੇਤੀ ਕਾਨੂੰਨਾਂ ਦੇ ਮੱਦੇਨਜ਼ਰ ਕਿਸਾਨ ਆਪਣਾ ਜਹਾਨ ਯਾਨੀ ਰੋਜ਼ੀ ਰੋਟੀ ਖੁੱਸ ਜਾਣ ਦੇ ਡਰੋਂ ਭੈਭੀਤ ਹਨ। ਉਹਨਾਂ ਦੀ ਜਾਨ ਕੁੜਕੀ ਦੇ ਵਿੱਚ ਫਸੀ ਹੋਈ ਹੈ। ਕੇ ਤੌਰ ਤੇ ਖੜੇ ਆ, ਅੱਗੇ ਜੋ ਸਾਡੇ ਲੀਡਰ ਕਹਿਣਗੇ ਇਹਨੂੰ ਤੋੜਨਾ ਪਿਆ ਤੋੜ ਕੇ ਵੀ ਪਾਰ ਜਾਵਾਂਗੇ। ਬੰਦ ਕੀਤੀ ਹੋਈ ਹੈ। ਅੱਛਾ ਜੀ। ਸਾਡੇ ਇਸ ਕਰਕੇ ਵੀ ਉੱਥੇ ਜਾਓਗੇ ਆਪੇ ਕੋਈ ਸਰਾਸਤੀ ਅਨਸਰ ਲੋਕਲ ਇੱਥੇ ਦਾ ਬੰਦਾ ਜੀ, ਕੋਈ ਹੁੱਲੜਬਾਜ਼ੀ ਨਾ ਕਰਦੇ, ਕਿਹਨੇ ਚੱਕ ਕੇ ਪਥਰਾਵ ਕਰਤਿਆ ਸਾਡੇ ਵਿਚਾਰੇ ਕਿਸਾਨ ਜਿਹੜੇ ਹੈਗੇ ਉਹਨਾਂ ਦੇ ਉੱਪਰ ਅੰਦੋਲਨ ਹੋ ਜਾਣਾ। ਬਿਲਕੁਲ ਠੀਕ ਹੈ ਨਾ, ਉਹਨਾਂ ਦੇ ਉੱਪਰ ਤਾਰ-ਪੇਟ ਦੀ ਕੋਸ਼ਿਸ਼ ਹੋ ਰਹੀ ਹੈ। ਕੱਲ ਐਵੇਂ ਹੋਈ ਝੜਪਾਂ ਹੋਈਆਂ, ਕਿਸੇ ਨੇ ਪੱਥਰ ਮਾਰਿਆ, ਉਧਰੋਂ ਫਿਰ ਉਹਦੇ ਸ਼ੁਰੂ ਹੋ ਗਈ। ਸਾਡੇ ਕਈਆਂ ਦੇ ਸਿਰ ਪੱਟੇ ਆ, ਉਹਨਾਂ ਦੇ ਵੀ ਸਿਰ ਪੱਟ ਗਏ ਕਈਆਂ ਦੇ। ਆਪਾਂ ਇਸ ਕਰਕੇ ਪੀਸਫੁਲੀ ਕਹਿੰਦੇ ਆ। ਤੁਹਾਨੂੰ ਪਤਾ ਵੀ ਕਿਸਾਨਾਂ ਨੇ ਕਿਸੇ ਦਾ ਅੱਜ ਤੱਕ ਪੂਰਾ ਅੰਦੋਲਨ ਤੁਸੀਂ ਚੈੱਕ ਕਰ ਲਓ ਵੀ ਕੋਈ ਇਦਾਂ ਦੀ ਸ਼ਾਂਤਮਈ ਹੋਇਆ, ਤਾਂ ਆਪਾਂ ਹੁਣ ਵੀ ਇਹ ਚਾਹੁੰਦੇ ਵੀ ਸ਼ਾਂਤਮਈ ਹੋ ਜੇ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ਤੋਂ ਬਲਾਕ ਮਲੋਹ ਤੋਂ ਆ ਤੇ ਇੱਥੇ ਤਾਂ ਉਹ ਕਹਾਵਤ ਸਿੱਧ ਹੁੰਦੀ ਜੇ ਦਿਖ ਰਹੀ ਹੈ, ਪੁੱਠਾ ਪੰਗਾ ਲੈ ਲੈ ਜੱਟੀਏ ਬੋਕਦੇ ਸਿੰਘਾਂ ਨੂੰ ਹੱਥ ਲਾ ਕੇ। ਇਹਨਾਂ ਨੇ ਬਿਲਕੁਲ ਸ਼ਾਂਤੀਪੂਰਕ ਆਪਣਾ ਪ੍ਰੋਟੈਸਟ ਕਰਦੇ ਹੋਏ ਕਿਸਾਨਾਂ ਨੂੰ ਆਪ ਉਕਸਾ ਕੇ ਇੱਥੇ ਤੱਕ ਬੁਲਾਇਆ, ਜਦ ਕਿ ਸਾਡੀਆਂ ਮੰਗਾਂ ਕੀ ਸੀਗੀਆਂ, ਜੋ ਸਾਡੇ ਹਿੱਤ ਵਾਸਤੇ ਬਣੇ ਕਾਨੂੰਨ ਨੇ ਉਹ ਸਾਨੂੰ ਨਹੀਂ ਪਸੰਦ ਹੈਗੇ ਤਾਂ ਉਹ ਕੈਂਸਲ ਕਰੇ ਜਾਣ। ਔਰ ਅੱਜ ਵੀ ਅਸੀਂ ਕਹਿੰਦੇ ਆ ਵੀ ਸਾਡੇ ਕੈਂਸਲ ਕਰ ਦੇਣ
ਤੇ ਸਾਨੂੰ ਵਿਸ਼ਵਾਸ ਦਿਵਾਉਣ, ਅਸੀਂ ਵਾਪਸ ਜਾਣ ਨੂੰ ਤਿਆਰ ਹਾਂ। ਬਾਈ ਜੀ ਕਿਸਾਨਾਂ ਦੇ ਦਿੱਲੀ ਕੂਚ ਕਰਨ ਦੀ ਤਾਂ ਸ਼ਾਇਦ ਨੌਬਤ ਹੀ ਨਾ ਆਉਂਦੀ ਜੇਕਰ ਕਿਤੇ ਸਮਾਂ ਰਹਿੰਦਿਆਂ ਸਰਕਾਰ ਕਿਸਾਨਾਂ ਨਾਲ ਸਾਰਥਕ ਗੱਲਬਾਤ ਕਰ ਲੈਂਦੀ। ਜੇਕਰ ਆਪਣੇ ਮਨ ਦੀ ਗੱਲ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਤੇ ਇੱਕ ਵਾਰ ਕਿਸਾਨਾਂ ਦੀ ਵੀ ਗੱਲ ਸੁਣ ਲੈਂਦੇ ਤੇ ਨਾਲ ਹੀ ਜੇਕਰ ਪ੍ਰਧਾਨ ਮੰਤਰੀ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਤੋਖਲੇ ਨੂੰ ਦੂਰ ਕਰਨ ਲਈ ਦਿੱਲੀ ਕੂਚ ਤੋਂ ਪਹਿਲਾਂ ਆਪਣੇ ਕੇਂਦਰੀ ਮੰਤਰੀਆਂ ਦੀ ਇੱਕ ਟੀਮ ਪੰਜਾਬ ਭੇਜ ਦਿੰਦੇ ਤਾਂ ਇਸ ਦਾ ਫਾਇਦਾ ਬਹੁਤ ਹੋਣਾ ਸੀ। ਹੁਣ ਤੱਕ ਦਿੱਲੀ ਦੇ ਵਿੱਚ ਕਿਸਾਨ ਸੰਗਠਨਾਂ ਨਾਲ ਕੇਂਦਰੀ ਖੇਤੀਬਾੜੀ ਮੰਤਰੀ ਅਤੇ ਅਫਸਰਾਂ ਦੀਆਂ 2 ਵਾਰ ਬੈਠਕਾਂ ਹੋਈਆਂ ਹਨ, ਪਰ ਉਹ ਦੋਵੇਂ ਬੇਨਤੀਜਾ ਰਹੀਆਂ, ਕੋਈ ਹੱਲ ਨਹੀਂ ਨਿਕਲਿਆ। ਕਿਸਾਨ ਸਿਰਫ ਇੰਨਾ ਹੀ ਚਾਹੁੰਦੇ ਹਨ ਕਿ ਨਵੇਂ 3 ਕਾਨੂੰਨਾਂ ਦੇ ਨਾਲ-ਨਾਲ ਸਰਕਾਰ ਉਹਨਾਂ ਨੂੰ ਕਣਕ ਅਤੇ ਝੋਨੇ ਸਣੇ 23 ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ ਭਾਵ MSP ਦੀ ਲਿਖਤੀ ਰੂਪ ਵਿੱਚ ਗਰੰਟੀ ਦੇਵੇ ਅਤੇ ਇਸ ਲਈ ਸਰਕਾਰ ਇੱਕ ਨਵਾਂ ਕਾਨੂੰਨ ਸੰਸਦ ਤੋਂ ਪਾਸ ਕਰਵਾਏ ਜਾਂ ਫਿਰ ਤਿੰਨੇ ਕਾਨੂੰਨ ਰੱਦ ਕਰੇ। ਅਕਤੂਬਰ ਅਤੇ ਨਵੰਬਰ ਦੇ ਵਿੱਚ ਕਿਸਾਨਾਂ ਦੀ ਕੇਂਦਰ ਨਾਲ 2 ਵਾਰ ਹੋਈ ਬੈਠਕ ਦਾ ਜਦੋਂ ਕੋਈ ਸਿੱਟਾ ਨਹੀਂ ਨਿਕਲਿਆ ਤਾਂ ਕਿਸਾਨਾਂ ਨੇ ਦਿੱਲੀ ਕੂਚ ਕਰਨ ਦਾ ਟੀਚਾ ਮਿੱਥਿਆ। ਇਸ ਦੌਰਾਨ ਕੇਂਦਰ ਦੇ ਵੱਲੋਂ ਕਿਸਾਨਾਂ ਨਾਲ ਟਾਕਰੇ ਨੂੰ ਟਾਲਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ, ਬਲਕਿ ਸਰਕਾਰ ਕਿਸਾਨਾਂ ਦੇ ਦਮਨ ਦੀਆਂ ਨੀਤੀਆਂ ਹੀ ਅਪਣਾਉਂਦੀ ਰਹੀ। ਪੰਜਾਬ ਦੇ ਵਿੱਚ ਠੱਪ ਪਈ ਰੇਲ ਸੇਵਾ ਦੀ ਬਹਾਲੀ ਵੀ ਇਸ ਸ਼ਰਤ ਉੱਤੇ ਕੀਤੀ ਗਈ ਕਿ ਮਾਲ ਤੇ ਯਾਤਰੀ ਗੱਡੀਆਂ ਦੋਵੇਂ ਇਕੱਠੀਆਂ ਹੀ ਚੱਲਣਗੀਆਂ, ਜਦੋਂ ਕਿ ਕਿਸਾਨ ਸੰਗਠਨ ਚਾਹੁੰਦੇ ਸਨ ਪਹਿਲਾਂ ਮਾਲ ਗੱਡੀਆਂ ਚੱਲਣ। ਮੋਦੀ ਮਰ ਗਿਆ, ਮੋਦੀ ਮਰ ਗਿਆ, ਮੋਦੀ ਮਰ ਗਿਆ, ਮੋਦੀ ਮਰ ਗਿਆ, ਮੋਦੀ ਮਰ ਗਿਆ। ਤਾਰ ਪੁਤਲਾ ਜਿਹੜਾ ਫੂਕਿਆ ਜਾ ਰਿਹਾ, ਮੋਦੀ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ ਜਾ ਰਿਹਾ। ਤਸਵੀਰਾਂ ਇਸ ਵੇਲੇ ਕੁੰਡਲੀ ਬਾਰਡਰ ਦੀਆਂ ਨੇ। ਇੱਕ ਪਾਸੇ ਜਿਹੜਾ ਹੈ ਲਗਾਤਾਰ ਅਸੀਂ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਦਰਸ਼ਕੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਵੱਧ ਤੋਂ ਵੱਧ ਲਾਈਕ ਕਰ ਦਿਓ ਤਾਂ ਜੋ ਹੋਰਨਾਂ ਲੋਕਾਂ ਤੱਕ ਇਸ ਚੀਜ਼ ਦੀ ਜਿਹੜੀ ਚੇਤਨਾ ਹੈ ਉਹ ਪਹੁੰਚਦੀ ਹੋ ਸਕੇ। ਮੈਂ ਕੈਮਰਾਮੈਨ ਨੂੰ ਕਹਾਂਗਾ ਕੁੰਡਲੀ ਬਾਰਡਰ ਦੀਆਂ ਇੱਕ ਵਾਰੀ ਲਾਈਵ ਤਸਵੀਰਾਂ ਸਾਡੇ ਦਰਸ਼ਕਾਂ ਨੂੰ ਜ਼ਰੂਰ ਦਿਖਾਈਆਂ ਜਾਣ। ਇਸ ਵੇਲੇ ਜਿਹੜਾ ਕੁੰਡਲੀ ਬਾਰਡਰ ਦਾ ਦ੍ਰਿਸ਼ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਹੜੇ ਦਰਸ਼ਕ ਸਾਡੇ ਨਾਲ ਹੁਣ ਜੁੜੇ ਨੇ ਉਹਨਾਂ ਨੂੰ ਅਪੀਲ ਇਹੀ ਹੈ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਕਿਉਂਕਿ ਕੁੰਡਲੀ ਬਾਰਡਰ ਤੇ ਕਿਸਾਨ ਜਥੇਬੰਦੀਆਂ ਨੇ ਇੱਥੇ ਹੀ ਬੈਠ ਕੇ ਧਰਨਾ ਪ੍ਰਦਰਸ਼ਨ ਦੇਣ ਦਾ ਜਿਹੜਾ ਐਲਾਨ ਕੀਤਾ ਹੈ। ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ। ਮੇਰੇ ਨਾਲ ਕੁਝ ਮੋਦੀ ਮਰ ਗਿਆ, ਮੋਦੀ ਮਰ ਗਿਆ, ਮੋਦੀ ਮਰ ਗਿਆ, ਮੋਦੀ ਮਰ ਗਿਆ, ਖੱਟੜ ਮਰ ਗਿਆ, ਮੋਦੀ ਮਰ ਗਿਆ, ਮੋਦੀ ਮਰ ਗਿਆ, ਮੋਦੀ ਸਰਕਾਰ। ਰੇਲਵੇ ਵਿਭਾਗ ਦੀ ਜਿੱਦ ਕਾਰਨ 2 ਮਹੀਨਿਆਂ ਦੌਰਾਨ ਕੋਲੇ ਦੀ ਪਹੁੰਚ ਨਾ ਹੋਣ ਕਾਰਨ ਪੰਜਾਬ ਦੇ ਥਰਮਲ ਪਲਾਂਟ ਬੰਦ ਹੋ ਗਏ ਅਤੇ ਉਦਯੋਗਾਂ ਦੇ ਮਾਲ ਦੀ ਆਵਾਜਾਈ ਰੁਕਣ ਕਾਰਨ ਕਰੀਬ 40,000 ਕਰੋੜ ਦੇ ਨੁਕਸਾਨ ਦਾ ਖਮਿਆਜ਼ਾ ਪੰਜਾਬ ਨੂੰ ਭੁਗਤਣਾ ਪਿਆ ਹੈ। ਟਿੱਕੀ ਚੱਕ ਦੇਾਂਗੇ, ਕੌਣ ਤੇ ਗੋਡਾ ਰੱਖ ਦੇਾਂਗੇ, ਨਸ਼ਾਹੀ ਨਹੀਂ ਚਲੇਗੀ, ਨਹੀਂ ਚਲੇਗੀ। ਉਧਰ ਫਸਲਾਂ ਬੀਜਣ ਦਾ ਸਮਾਂ ਸੀ ਤੇ ਇਧਰ ਕਿਸਾਨਾਂ ਦੇ ਕੋਲ ਨਾ ਯੂਰੀਆ ਸੀ ਤੇ ਨਾ ਹੀ DAP। ਕੁੱਲ ਮਿਲਾ ਕੇ ਰੇਲਵੇ ਦਾ ਨਜ਼ਲਾ ਕਿਸਾਨਾਂ ਦੇ ਉੱਤੇ ਹੀ ਡਿੱਗਿਆ। ਅੱਜ ਭਾਰਤ ਦੀਆਂ ਲਗਭਗ 500 ਤੋਂ ਵੱਧ ਕਿਸਾਨ ਜਥੇਬੰਦੀਆਂ ਦਿੱਲੀ ਨੂੰ ਘੇਰਾ ਪਾਈ ਬੈਠੀਆਂ ਨੇ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਦਿੱਲੀ ਦੇ ਵਿੱਚ ਘਿਰਨ ਨਹੀਂ ਆਏ, ਅਸੀਂ ਦਿੱਲੀ ਨੂੰ ਘੇਰਨ ਆਏ ਹਾਂ। ਮੋਦੀ ਦੇ ਜਵਾਈ ਨੇ, ਇਹ ਸਾਡੇ ਭਾਈ ਨੇ, 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 ਮੋਦੀ ਦੇ ਜਵਾਈ ਨੇ। ਨਸ਼ਾਹੀ ਨਹੀਂ ਚਲੇਗੀ, ਨਹੀਂ ਚਲੇਗੀ, ਨਹੀਂ ਚਲੇਗੀ, ਨਸ਼ਾਹੀ ਨਹੀਂ ਚਲੇਗੀ, ਨਹੀਂ ਚਲੇਗੀ, ਨਹੀਂ ਚਲੇਗੀ। बीजेपी सरकार मुर्दाबाद, बीजेपी सरकार मुर्दाबाद, बीजेपी सरकार मुर्दाबाद, बीजेपी सरकार मुर्दाबाद। ਬਾਈ ਜੀ ਹੁਣ ਤਾਂ ਦਿੱਲੀ ਪੁਲਿਸ ਨਾਲ ਮੇਰੀ ਗੱਲਬਾਤ ਹੋਈ ਹੈ। ਉਹ ਕਹਿੰਦੇ ਅਸੀਂ ਤਾਂ ਵੀਰੇ ਕਿਸਾਨ ਜਥੇਬੰਦੀਆਂ ਦੇ ਹਾੜੇ ਕੱਢਦੇ ਆ। ਬਾਈ ਜੀ ਅੱਗੇ ਆ ਜਾਓ, ਅੱਗੇ ਜਾਣਾ ਕਿ ਨਹੀਂ ਜਾਣਾ? ਜੇ ਕੋਈ ਗੱਲ ਕਰੂਗਾ ਕੋਈ ਸੋਲੂਸ਼ਨ ਨਿਕਲੂ ਅਸੀਂ ਜਾਵਾਂਗੇ ਵੀ। ਕੋਈ ਸਾਨੂੰ ਬੁਲਾਊ ਗੱਲ ਕਰਨ ਲਈ ਜਾਵਾਂਗੇ, ਉਹਦਾ ਹੱਲ ਨਿਕਲੇ। ਪਰ ਅਸੀਂ ਬਿਨਾਂ ਕਿਸੇ ਜਾਵੇ ਖੱਡੇ ਪੁੱਟਣ ਵਾਲੇ ਕੌਣ ਸੀਗੇ, ਕੰਡਿਆਲੀਆਂ ਤਾਰਾਂ ਲਾਉਣ ਵਾਲੇ ਵਿਛਾੜਾਂ ਵਾਲੇ ਦੇ ਬੰਦੇ ਕੌਣ ਸੀਗੇ, ਪਰ ਲੇਕਿਨ
ਬਿਲਕੁਲ ਸ਼ਾਂਤੀਪੂਰਵਕ ਉੱਤੇ ਫਿਰ ਵੀ ਇਹ 4 ਹਿੱਸਿਆਂ 'ਚ ਵੰਡ ਕੇ ਸਾਡੇ ਸੰਘਰਸ਼ ਨੂੰ ਕਮਜ਼ੋਰ ਕਰਨਾ ਪਾਉਂਦੇ ਨੇ। ਅਲੱਗ-ਅਲੱਗ ਜਗ੍ਹਾ ਦੇ ਰਹੇ ਨੇ। ਅਸੀਂ ਇੱਕ ਜਗ੍ਹਾ ਹੀ ਬੈਠਾਂਗੇ। ਅਸੀਂ ਦਿੱਲੀ 'ਚ ਇਹਨਾਂ ਨੂੰ ਐਂਟਰ ਨਹੀਂ ਹੋਣ ਦਿੰਦੇ, ਠੀਕ ਆ ਨਾ ਗੱਲ। ਇਹਨਾਂ ਦਾ ਦਾਣਾ ਪਾਣੀ ਬੰਦ ਕਰਾਂਗੇ, ਇਹਨਾਂ ਦਾ ਨਾਸੀ ਧੂਆਂ ਬੰਦ ਕਰਾਂਗੇ ਤੇ ਮੋਦੀ ਨੂੰ ਆਪੇ ਸੁਰਤ ਆ ਜੂਗੀ ਤੇ ਆਪੇ ਕਾਨੂੰਨ ਰੱਦ ਕਰੂਗਾ ਤਾਂ ਅਸੀਂ ਜਾਵਾਂਗੇ। ਸਾਡਾ ਹੋਰ ਕੋਈ ਸਮਝੌਤਾ ਨਹੀਂ। ਇੱਕ ਹੋਰ ਹੈ ਇੱਥੇ ਹੋਰ ਵੀ ਆ ਜਿਹੜੇ ਹੁਣ ਸਾਰਾ ਪੰਜਾਬ ਚੱਲ ਕੇ ਆਇਆ ਹੋਇਆ। ਮੈਂ ਕਹਿੰਦਾ ਸਾਰੇ ਮਸਲੇ ਅੱਜ ਹੱਲ ਕਰ ਲੈਣੇ ਚਾਹੀਦੇ ਨੇ। ਪਰਾਲੀ ਦਾ ਬੜਾ ਮੁੱਦਾ, ਕਹਿੰਦੇ ਇੱਥੇ ਵਾਤਾਵਰਨ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਪਰ ਅੱਜ ਵੀ ਸੀਜ਼ਨ ਲੰਘ ਚੁੱਕਿਆ ਹੈ ਪਰ ਇੱਥੇ ਕੋਈ ਧੂਏ ਨਾਲ ਦੀ ਕੋਈ ਚੀਜ਼ ਨਹੀਂ ਹੈਗੀ। ਬਿਲਕੁਲ ਵਾਤਾਵਰਨ ਸਾਫ਼ ਹੀ ਹੈ। ਤੇ ਜਿਹੜਾ ਇਹ ਇੱਕ ਤੇ ਇੱਕ ਨੋਟਿਸ ਦੇ ਰਹੇ ਨੇ ਵੀ 1 ਕਰੋੜ ਰੁਪਏ ਦਾ, ਅਸੀਂ ਤਾਂ ਕਹਿੰਦੇ ਉਹ ਵੀ ਆ ਕੇ ਗੱਲਬਾਤ ਇੱਥੇ ਕਰ ਲੈਣ। ਜਿਹੜਾ ਪੈਸਾ ਲੈਣਾ ਸਾਡੇ ਤੋਂ 1 ਕਰੋੜ ਰੁਪਏ ਹੁਣ ਨਗਦੇ ਫੜ ਲੈਣ ਕਿਉਂਕਿ ਸਾਰੇ ਹੀ ਲੈ ਕੇ ਆਏ ਹੋਏ ਨੇ। ਬਿਲਕੁਲ ਜੀ ਬਿਲਕੁਲ। ਕਰੋੜ ਰੁਪਈਆ ਬਾਈ ਜੀ ਕਹਿ ਰਹੇ ਨਾਲ ਲੈ ਕੇ ਆਏ ਹੋਏ ਨੇ। ਮੋਦੀ ਸਾਹਿਬ ਆਣ ਤੇ ਆਪ ਕਰੋੜ ਰੁਪਈਆ ਲੈ ਕੇ ਚਲੇ ਜਾਣ। ਹਾਕਮਾਂ ਨੇ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਦਿੱਲੀ ਪੁੱਜਣ ਤੋਂ ਰੋਕਣ ਲਈ ਹਰ ਹਿੱਲਾ ਵਰਤਿਆ ਪਰ ਇਸ ਦਰਮਿਆਨ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਦਾ ਏਕਾ ਰੰਗ ਲਿਆਇਆ ਤੇ ਕਿਸਾਨ ਦਿੱਲੀ ਪੁੱਜਣ ਦੇ ਵਿੱਚ ਸਫਲ ਹੋਏ। ਹਾਲਾਂਕਿ ਹਰਿਆਣਾ ਨੇ ਪੂਰੀ ਸਰਹੱਦ ਬੰਦ ਕੀਤੀ ਹੋਈ ਸੀ। ਸਾਰੇ ਸੜਕੀ ਲਾਂਘੇ ਪੱਥਰ, ਕੰਡਿਆਲੀ ਤਾਰਾਂ ਤੇ ਮਿੱਟੀ ਦੇ ਢੇਰਾਂ ਦੇ ਨਾਲ ਰੋਕੇ ਹੋਏ ਸਨ। ਭਾਜਪਾ ਦੀਆਂ ਸਰਕਾਰਾਂ ਦੇ ਇਸ਼ਾਰੇ ਉੱਤੇ ਸਰਦੀ ਦੀ ਰੁੱਤ ਦੇ ਵਿੱਚ ਠੰਡੇ ਪਾਣੀ ਦੀਆਂ ਬੁਛਾੜਾਂ ਸੁੱਟੀਆਂ ਗਈਆਂ। ਸੜਕਾਂ ਦੇ ਵਿੱਚ ਡੂੰਘੀਆਂ ਖਾਈਆਂ ਪੁੱਟ ਕੇ ਵਾਹਨ ਖੜੇ ਕਰਕੇ ਵੀ ਅੰਦੋਲਨਕਾਰੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਕਿਸਾਨਾਂ ਦੇ ਜੋਸ਼ ਅੱਗੇ ਕੋਈ ਰੋਕ ਰੋੜਾ ਨਾ ਬਣ ਸਕੀ। ਸਭ ਰੋਕਾਂ ਨੂੰ ਤੋੜਦਿਆਂ ਅਥਰੂ ਗੈਸਾਂ ਦੇ ਗੋਲਿਆਂ ਦੀ ਪਰਵਾਹ ਨਾ ਕਰਦਿਆਂ ਲੱਖਾਂ ਕਿਸਾਨ ਦਿੱਲੀ ਦੇ ਬਾਰਡਰ ਉੱਤੇ ਪੁੱਜੇ ਨੇ। ਹਾਕਮ ਇਹ ਭੁੱਲ ਗਏ ਕਿ ਦਿੱਲੀ ਉਹਨਾਂ ਦੀ ਨਿੱਜੀ ਜਾਇਦਾਦ ਨਹੀਂ, ਸਮੁੱਚੇ ਦੇਸ਼ ਦੀ ਰਾਜਧਾਨੀ ਹੈ। ਸਮਾਜ ਦੇ ਹਰ ਵਰਗ, ਭਾਵੇਂ ਉਹ ਕਿਸਾਨ ਹਨ ਜਾਂ ਮਜ਼ਦੂਰ, ਨੂੰ ਸੰਵਿਧਾਨਕ ਹੱਕ ਹੈ ਕਿ ਉਹ ਆਪਣੀ ਆਵਾਜ਼ ਹਾਕਮਾਂ ਦੇ ਕੰਨਾਂ ਤੱਕ ਪਹੁੰਚਾਉਣ ਦੇ ਲਈ ਦਿੱਲੀ ਵਿੱਚ ਜਾ ਕੇ ਧਰਨਾ ਪ੍ਰਦਰਸ਼ਨ ਕਰ ਸਕੇ। ਜੇਕਰ ਦੇਸ਼ ਦੀ ਜਨਤਾ ਨੂੰ ਆਪਣੇ ਮਸਲਿਆਂ ਬਾਰੇ ਗੱਲ ਕਰਨ ਦਾ ਵੀ ਅਧਿਕਾਰ ਨਹੀਂ ਤਾਂ ਫਿਰ ਲੋਕਤੰਤਰ ਦਾ ਮਤਲਬ ਹੀ ਕੀ ਰਹਿ ਜਾਂਦਾ ਹੈ। ਹਾਕਮ ਲੰਮੇ ਸਮੇਂ ਤੋਂ ਆਦਿਵਾਸੀਆਂ ਦੀਆਂ ਜ਼ਮੀਨਾਂ ਕਾਰਪੋਰੇਟਾਂ ਦੇ ਹਵਾਲੇ ਕਰਦੇ ਆ ਰਹੇ ਹਨ। ਜਨਤਕ ਜਾਇਦਾਦਾਂ ਨੂੰ ਔਣੇ ਪੌਣੇ ਭਾਵਾਂ ਦੇ ਉੱਤੇ ਪੂੰਜੀਪਤੀਆਂ ਨੂੰ ਸੌਂਪੀ ਜਾ ਰਹੇ ਨੇ। ਪੇਂਡੂ ਜਨਤਾ ਦੇ ਕੋਲ ਸਿਰਫ ਆਪਣੀ ਜ਼ਮੀਨ ਬਚੀ ਸੀ ਜਿਸ ਨੂੰ ਕਾਰਪੋਰੇਟਾਂ ਹਵਾਲੇ ਕਰਨ ਲਈ ਖੇਤੀ ਕਾਨੂੰਨਾਂ ਰਾਹੀਂ ਰਾਹ ਖੋਲ੍ਹ ਦਿੱਤਾ ਗਿਆ। ਮਜ਼ਦੂਰਾਂ ਦੇ ਲੰਮੇ ਸੰਘਰਸ਼ਾਂ ਰਾਹੀਂ ਹਾਸਲ ਕੀਤੇ ਹੱਕ ਖੋ ਕੇ ਉਹਨਾਂ ਨੂੰ ਬੰਦੂਆ ਮਜ਼ਦੂਰ ਬਣਾ ਦਿੱਤਾ ਗਿਆ। ਇਸ ਹਾਲਤ ਦੇ ਵਿੱਚ ਜਦੋਂ ਲੋਕ ਵਿਰੋਧ ਕਰਦੇ ਹਨ ਤਾਂ ਉਹਨਾਂ ਨੂੰ ਲਾਠੀਆਂ ਤੇ ਅਥਰੂ ਗੈਸ ਦੇ ਗੋਲਿਆਂ ਰਾਹੀਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹਨਾਂ ਨੇ ਜਿਹੜਾ ਕਾਨੂੰਨ ਪਾਸ ਕਰਿਆ ਹੈ, ਇਹਨਾਂ ਨੇ ਬਹੁਤ ਗਲਤੀ ਕਰੀ ਹੈ। ਇਹਨਾਂ ਨੇ ਸਾਡੇ ਜ਼ਿਮੀਂਦਾਰ ਭਰਾਵਾਂ ਨੂੰ ਪੁੱਛ ਲੈਣਾ ਚਾਹੀਦਾ ਸੀ ਵੀ ਦੱਸੋ ਭਾਈ ਅਸੀਂ ਇਹ ਕਾਨੂੰਨ ਲਾਗੂ ਕਰਨਾ ਹੈ, ਤੁਸੀਂ ਇਹਦੇ ਨਾਲ ਸਹਿਮਤ ਹੋ ਕਿ ਨਹੀਂ ਸਹਿਮਤ। ਅਸੀਂ ਇਹਨਾਂ ਨੂੰ ਦੱਸਦੇ, ਜੇ ਸਾਨੂੰ ਸਹਿਮਤ ਹੁੰਦਾ ਅਸੀਂ ਇਹਨਾਂ ਨੂੰ ਸਹਿਮਤੀ ਦੇ ਦਿੰਦੇ, नहीं तो ये कम होना ही नहीं। सहमति साड़ी बनाई नहीं ना। किसान का मंडी, किसान का फसल, किसान का जमीन अंबानी अदानी खरीद लेगा। मजदूरों के लिए कानून बना है कि यही अंबानी अदानी का कंपनी उसको जब मन चाहे नौकरी से निकाल देगा। कल को अगर आपका हमारा जमीन अंबानी अदानी ने खरीद लिया तो हमको भी कह देगा। किसानी में भी हायर एंड फायर, जब मन चाहे कंपनी खेती करवाएगी, मुनाफा आ गया तो भागो मेरे जमीन से। ये नहीं चलेगा। कंपनी आज नहीं चलेगा। ईस्ट इंडिया कंपनी के खिलाफ हमारे देश ने लड़ाई लड़ा था, अंग्रेजी हुकूमत के खिलाफ हमने लड़ाई लड़ा था। तुम तुम आज ये जो कंपनी आज लाना चाहते हो ये नहीं चलेगा। हमारे मजदूर यूनियन AICCT, आयसा, JNU के छात्र, दिल्ली के छात्र, दिल्ली के मजदूर आप लोगों के साथ है। आज बॉर्डर खुला तो हम लोग आ पाए हैं। दिल्ली के और भी साथी आपके यहाँ समर्थन जताने आएंगे और आप लोगों को बहुत बहुत शुक्रिया। आप लोगों ने इतने बहादुरी से इस सरकार के खिलाफ अपना आवाज बुलंद किया। इनकलाब जिंदाबाद। ਹਾਕਮਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਤੂਫਾਨ ਰੁਕਣ ਵਾਲਾ ਨਹੀਂ ਹੈ। ਇਹ ਕਾਫਿਲਾ ਮੰਜ਼ਿਲ ਦੇ ਉੱਤੇ ਪਹੁੰਚ ਕੇ ਹੀ ਦਮ ਲਵੇਗਾ। ਜਿਹੜੀ ਕੇਂਦਰ ਸਰਕਾਰ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਵੜਨ ਤੋਂ ਰੋਕਣ ਲਈ ਪੂਰੀਆਂ ਤਿਆਰੀਆਂ ਕੱਸੀ ਬੈਠੀ ਸੀ, ਉਸ ਦੀ ਕਿਸਾਨਾਂ ਦੇ ਰੋਹ ਅੱਗੇ ਇੱਕ ਨਹੀਂ ਚੱਲੀ। ਸਰਕਾਰ ਨੂੰ ਹਥਿਆਰ ਸੁੱਟਣੇ ਪਏ ਤੇ ਕਿਸਾਨਾਂ ਨੂੰ ਬੁਰਾੜੀ ਦੇ ਮੈਦਾਨ ਦੇ ਵਿੱਚ ਇਕੱਠ ਕਰਨ ਦੀ ਇਜਾਜ਼ਤ ਦਿੱਤੀ ਗਈ।
ਭਾਜਪਾਈ ਹਾਕਮਾਂ ਦੇ 6 ਸਾਲਾਂ ਦੇ ਰਾਜ ਦੇ ਦੌਰਾਨ ਇਹ ਪਹਿਲਾ ਮੌਕਾ ਹੈ ਜਦੋਂ ਉਹਨਾਂ ਦੀ ਇਖਲਾਕੀ ਹਾਰ ਹੋਈ ਹੈ। ਇਹ ਪਹਿਲੀ ਜਿੱਤ ਹੈ, ਪਰ ਹਾਲੇ ਸੰਘਰਸ਼ ਮੁੱਕਿਆ ਨਹੀਂ, ਸਗੋਂ ਸ਼ੁਰੂ ਹੋਇਆ ਹੈ। ਕਿਸਾਨਾਂ ਦਾ ਅਹਿਦ ਹੈ ਕਿ ਉਹ ਆਪਣੇ ਸੰਘਰਸ਼ ਉਦੋਂ ਤੱਕ ਖਤਮ ਨਹੀਂ ਕਰਨਗੇ ਜਦੋਂ ਤੱਕ ਸਰਕਾਰ ਖੇਤੀ ਕਾਨੂੰਨਾਂ ਤੇ ਪ੍ਰਸਤਾਵਿਤ ਬਿਜਲੀ ਬਿੱਲ ਬਾਰੇ ਆਪਣੇ ਪੈਰ ਪਿਛਾਂ ਨਹੀਂ ਖਿੱਚਦੀ। ਕੈਥਲ ਤੋਂ ਵੀਰੇ। ਕੈਥਲ ਤੋਂ ਆਏ ਹੋ? ਹਾਂ। ਤੇ ਕੀ ਲੱਗਦਾ ਹੈ ਕਿਤੇ ਨਾ ਕਿਤੇ ਖੁਸ਼ੀ ਹੈ ਕਿ ਪੰਜਾਬ ਤੇ ਹਰਿਆਣਾ ਇੱਕ ਵਾਰੀ ਫੇਰ ਬਾਈ ਇਕੱਠੇ ਹੋ ਗਏ? ਬਈ ਸ਼ੁਰੂ ਤੋਂ भाई भाई हैं, पंजाब तो हरियाणा बने, पंजाब बड़ा भाई हरियाणा छोटा भाई, और सारे किसान इकट्ठे हैं, पूरा देश के इकट्ठे हैं, हरियाणा पंजाब के नहीं है, सारी जगह के किसान इकट्ठे हैं। ਅੱਛਾ ਜੀ। ਤੇ ਜਦੋਂ ਤੁਸੀਂ ਚੱਲੇ ਸੀਗੇ ਕਿੰਨਾ ਕੁ ਇਕੱਠ ਸੀਗਾ ਤੁਹਾਡੇ ਨਾਲ? हमारे नाल भाई 300-400 बंदे थे मेरे पिंड तो। ਅੱਛਾ ਜੀ। हाँ। ਤੇ ਹੁਣ ਤੁਹਾਡੀ ਵੀ ਰਣਨੀਤੀ ਇਹੀ ਹੈ ਕਿ ਇੱਥੇ ਬੈਠਣਾ? ਇੱਥੇ ਹੀ बैठना वीरे, चाहे कितना टाइम लग जाए, जब तक ये तीनों काले कानून वापस नहीं होंगे, जब तक हम वापस नहीं जाओगे, और MSP का गारंटी वाला कानून नहीं बनता जब तक जी। और कितने ना कितने लगता है कि मोदी तक ये आवाज पहुंच गई हुई है? पहुंचेगी वीरे, नहीं पहुंचेगी तो गूंगी बहरी सरकार है, जागना तो पैना है। नहीं तो औखा हो जाऊ मोदी सरकार। औखा हो जाऊगा वीरे जी। बिल्कुल तस्वीरां ਤੁਹਾਡੇ ਨਾਲ ਕੁੰਡਲੀ ਬਾਰਡਰ ਤੋਂ ਸ਼ੇਅਰ ਕਰ ਰਹੇ ਹਾਂ। ਤੁਸੀਂ ਦਰਸ਼ਕੋ ਸਾਡੇ ਨਾਲ ਬਣੇ ਰਹੋ, ਪਲ ਪਲ ਦੀ ਅਪਡੇਟ ਜਿਹੜੇ ਆ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਮੁਹਿੰਮ ਦੇ ਵਿੱਚ ਖੱਬੇ ਪੱਖੀ, ਸੱਜੇ ਪੱਖੀ, ਕੇਂਦਰੀ ਸਾਰੀਆਂ ਹੀ ਜਥੇਬੰਦੀਆਂ ਇਸ ਸਮੇਂ ਇਕੱਠੀਆਂ ਹੋ ਗਈਆਂ ਨੇ। ਇਸ ਦਾ ਮਤਲਬ ਹੈ ਕਿ ਇਸ ਮੁਹਿੰਮ ਨੂੰ ਕੇਂਦਰ ਸਰਕਾਰ ਕੋਈ ਖਾਸ ਸੰਪਰਦਾਇਕ ਰੰਗ ਨਹੀਂ ਦੇ ਸਕਦੀ ਕਿ ਕੋਈ ਖਾਸ ਅਜਿਹਾ ਕਰ ਰਿਹਾ ਹੈ। ਧਰਮ ਦੇ ਆਧਾਰ ਦੇ ਉੱਤੇ ਵੀ ਇਸ ਮੂਵਮੈਂਟ ਨੂੰ ਬਦਨਾਮ ਨਹੀਂ ਕੀਤਾ ਜਾ ਸਕਦਾ। ਕਿਸਾਨ ਭਾਵੇਂ ਕਿਸੇ ਵੀ ਜਾਤੀ ਦਾ ਹੈ, ਕਿਸੇ ਵੀ ਧਰਮ ਦਾ ਹੈ, ਕਿਸੇ ਵੀ ਇਲਾਕੇ ਦਾ ਹੈ, ਉਹਦਾ ਟੀਚਾ ਇੱਕ ਹੈ। ਉਸ ਟੀਚੇ ਨੂੰ ਸਾਹਮਣੇ ਰੱਖਦਿਆਂ ਕਿਸਾਨ ਅੱਗੇ ਵਧ ਰਿਹਾ ਹੈ। ਪਹਿਲੀ ਵਾਰ ਲਾਈਵ ਆਏ ਆ। ਪਹਿਲੀ ਵਾਰ ਮੁਰਥਲ ਨਾਕਾ ਸਭ ਤੋਂ ਵੱਡਾ ਦੱਸਿਆ ਜਾਂਦਾ ਸੀ। ਪੰਜਾਬ ਦੀ ਜਵਾਨੀ ਖੜ ਗਈ ਇਹਨਾਂ ਦੇ ਹਿੱਕਾਂ ਦੇ ਟਰੈਕਟਰ ਲੈ ਕੇ 15 ਕਿਲੋਮੀਟਰ ਦਾ ਜਾਮ ਖਿਲਾਤਾ। ਆ ਸਭ ਤੋਂ ਵੱਡਾ ਬੈਰੀਕੇਡ ਮੰਨਿਆ ਜਾਂਦਾ ਸੀ, ਸਭ ਤੋਂ ਵੱਡਾ। ਇੱਧਰ ਵੇਖੋ ਸਾਡੀ ਹਾਲਤ। ਅਸੀਂ ਥੋੜਾ ਜਿਹਾ ਯੋਗਦਾਨ ਪਾਇਆ, ਥੋੜਾ ਜਿਹਾ। ਆ ਦੇਖ ਲਓ, ਆ ਪੁਲਿਸ ਖੜੀ ਆ, ਉਹ ਦੇਖ ਲਓ ਤੁਹਾਡੇ ਸਾਹਮਣੇ। ਆ ਦੇਖੋ, ਉਹ ਕੱਢਤਾ, ਆ ਸਿੰਘਾਂ ਨੇ ਕਰਤਾ। ਆ ਲੈ ਗਏ ਦਿੱਲੀਏ ਆ ਗਏ, ਉਹ ਦਿੱਲੀਏ ਆ ਗਏ। ਤੇਰੀ ਹਿੱਕ ਤੇ ਚੜਨਗੇ ਜੱਟ, ਤੇਰੀ ਹਿੱਕ ਤੇ। ਬੋਲੇ ਸਤਿ ਸ੍ਰੀ ਅਕਾਲ। ਉਹ ਬਾਈ ਗਲੇ ਖਰਾਬ ਹੋ ਗਏ ਸਾਡੇ। ਉਹ ਸ਼ੇਰ ਕਰੋ ਸ਼ੇਰ, ਆ ਪੰਜਾਬ ਦੀ ਜਵਾਨੀ ਆਉਂਦਾ ਇੱਕ ਹੋਰ ਬੱਬਰ ਸ਼ੇਰ ਖਿੱਚੀ। ਓਏ ਪੰਜਾਬ ਨੂੰ ਡੱਕ ਕੇ ਦਿਖਾਉਣ ਪੰਜਾਬ ਨੂੰ। ਆਉਂਦੇ ਜੱਟ। ਆ ਦੂਰ ਨਹੀਂ, ਦਿੱਲੀ 25 ਕਿਲੋਮੀਟਰ ਇੱਥੋਂ ਸਿਰਫ। ਓਏ ਮੋਦੀ ਸਰਕਾਰ ਦੇ ਆ ਵੇਖ ਲੋ ਟਟਪੂੰਜੀਏ ਖੜੇ। ਆਹ ਖੜੀ ਆ ਸਾਰੀ, ਇੱਕ ਤਮਾਸ਼ਾ ਦੇਖਦੇ ਪਏ ਨੇ। ਕੋਈ ਵਸ ਨਹੀਂ ਚੱਲਿਆ ਪੰਜਾਬ ਅੱਗੇ ਇਹਨਾਂ ਦਾ, ਕੋਈ ਵਸ ਨਹੀਂ ਚੱਲਿਆ। ਉਹ ਸ਼ੇਰ ਕਰੀ ਚੱਲੋ ਮੇਰੇ ਵੀਰੋ, ਸ਼ੇਰ। ਆ ਆਪਣਾ ਮਨਿੰਦਰ ਬਾਈ ਸਵੇਰ ਦੇ 4 ਵਜੇ ਤੋਂ ਇੱਥੇ ਬੈਰੀਕੇਡ ਹਟਾਉਂਦੇ ਆ। ਹਰਜਿੰਦਰ ਵੀਰਾ ਆਪਣਾ। ਆ ਗੁਰੂ ਕੇ ਲੰਗਰ, ਉਹ ਆ ਪੰਜਾਬ ਹੈ ਸਾਡਾ, ਆ ਪੰਜਾਬ। ਉਹ ਲੰਗਰਾਂ ਦੀ ਸੇਵਾ ਨਾਲ ਦੀ ਨਾਲ ਜਾਊਗੀ। ਉਹ ਮੋਦੀਆ ਗਲਤ ਪੰਗਾ ਲੈ ਲਿਆ। ਉਹ ਮੋਦੀਆ ਤੇਰੀ ਕਬਰ ਪੁੱਟਣ ਆ ਗਏ। ਉਹ ਜੱਟ ਅਸੀਂ ਮਹਿਸੂਸ ਕਰਦੇ ਹਾਂ ਕਿ ਜਿੰਨੀ ਛੇਤੀ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਖੁੱਲ੍ਹ ਕੇ ਗੱਲਬਾਤ ਸ਼ੁਰੂ ਕਰੇਗੀ ਓਨਾ ਹੀ ਵਧੀਆ ਹੈ। ਜੇ ਦੇਰੀ ਹੋਗੀ ਤਾਂ ਫਿਰ ਕੇਂਦਰ ਸਰਕਾਰ, ਸੂਬਾ ਸਰਕਾਰਾਂ ਵਾਸਤੇ ਇਸ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਵੇਗਾ ਅਤੇ ਕਿਸਾਨਾਂ ਵਾਸਤੇ ਵੀ ਪਿੱਛੇ ਮੁੜਨਾ ਔਖਾ ਹੋ ਜਾਵੇਗਾ। ਖਾਸ ਗੱਲ ਇਹ ਰਹੀ ਹੈ ਕਿ ਕਿਸਾਨਾਂ ਦੇ ਇਸ ਅੰਦੋਲਨ ਦੇ ਵਿੱਚ ਨੌਜਵਾਨਾਂ ਨੇ ਵੀ ਸ਼ਮੂਲੀਅਤ ਕੀਤੀ ਹੈ। ਨੌਜਵਾਨ ਮੁੰਡੇ ਕੁੜੀਆਂ ਵੀ ਦਿੱਲੀ ਪੁੱਜੇ ਹੋਏ ਨੇ। ਕਈ ਦਿੱਲੀ ਦੇ ਆਲੇ ਦੁਆਲੇ ਘੇਰਾ ਪਾਈ ਬੈਠੇ ਨੇ। ਨੌਜਵਾਨਾਂ ਦੇ ਵੱਲੋਂ ਕ੍ਰਾਂਤੀਕਾਰੀ ਗੀਤ ਗਾ ਕੇ ਨਵਾਂ ਜੋਸ਼ ਪੈਦਾ ਕੀਤਾ ਜਾ ਰਿਹਾ ਹੈ। ਭਾਰਤ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕਿਸਾਨੀ ਅੰਦੋਲਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਵੀ ਹਿੱਸਾ ਲਿਆ ਹੋਵੇ। हम सारी दुनिया मांगेंगे, हम मेहनत कश इस दुनिया से। दौलत की अंधेरी रातों ने मेहनत का सूरज छुपा लिया। दौलत की अंधेरी रातों ने मेहनत का सूरज छुपा लिया। दौलत की अंधेरी रातों से हम अपना सवेरा मांगेंगे। एक बार नहीं, एक कहते नहीं, हम सारी दुनिया मांगेंगे।
हम सारे लोग अभी दिल्ली से आए हैं और दिल्ली में छात्र मजदूर आंदोलन से हम लोग जुड़े हुए हैं। और जिस तरीके से देश के किसान हज़ारों के तादाद में आए और अपना हक मांगते हुए आए, जो किसान विरोधी काला कानून है, जो कॉरपोरेट घरानों के हाथों खेती को बेच देने का जो साजिश है, खेती से मुनाफा ना हो, फसल का दाम ना मिले, इसके लिए जो कानून सरकार लाया है। और ये एकदम सब लोग जानते हैं कि कुछ चंद घराने ऐसे हैं, पूंजीपति घराने हैं, कॉरपोरेट घराने हैं, जिनके हाथों किसान खेती को बेच देने के लिए ये कानून लाया गया है। तो वो कानूनों के खिलाफ, और जिस तरीके से हम लोग पिछले दिनों देखे कि एमएसपी मोदी जी ने तो कहा चुनाव से पहले कि 2014 से भी कहा, 2019 से भी कहा कि खेती में लागत दुगना हो जाएगा, मुनाफा दुगना हो जाएगा। लेकिन हम लोगों ने देखा 5 साल में एक ही बार एमएसपी बढ़ाया गया और उसको बहुत बढ़ा चढ़ा के मोदी सरकार ने दिखाया। और स्वामीनाथन कमेटी का जो रिकमेंडेशन है एमएसपी का दाम फिक्स करने के लिए, कॉस्ट ऑफ प्रोडक्शन फिक्स करने के लिए, स्वामीनाथन कमीशन का रिकमेंडेशन मोदी सरकार ने नहीं माना। क्या लग रहा है इस आंदोलन में कहीं ना कहीं मोदी तक आवाज़ पहुंचेगी या नहीं? मुझे लगता है कि इससे पहले किसानों का ऐसा आंदोलन दिल्ली ने देखा नहीं है। मतलब आदत से शायद इससे पहले लोग मजबूर भी थे कि किसान आता था, प्रोटेस्ट करता था और चले जाता था। लेकिन अभी हम लोग जब बात कर रहे थे तो बहुत सारे जो हमारे बड़े हैं किसान हैं, उन्होंने बोला कि हम लोग 3-3 साल का राशन लेकर के आए हैं, जब तक बैठाएगा तब तक बैठेंगे। तो अब इस आंदोलन का वो अंतर है कि हमको तुम्हारा सोने के लिए भी जगह नहीं मांग रहे हैं, खाने के लिए भी खाना नहीं, हम तैयारी से आए हैं, या तो ये कानून जाएगा या फिर सरकार को जाना पड़ेगा। ये बहुत, और हरियाणा और पंजाब जब एक साथ है तो मुझे लगता है कि दिल्ली को थोड़ा अकल आ ही जाएगी। जी पिछले दिनों आप देखिए तो जैसे कि हम लोग यूनिवर्सिटीज़ में छात्र नौजवानों की आवाज़ को बुलंद करते ही है, लेकिन उसके साथ साथ हमारा जो प्रेरणा का स्तोत्र है वो है किसान और मजदूर हमारे देश के। और लगातार हम देख रहे हैं कि जिस तरह से लोगों का रोज़गार जा रहा है, किसान भी पूरी तरह से कोई मतलब एक पूरा फेल्योर है खेती का। तो ये सब लगातार रास्तों पर आंदोलन तेज़ कर रहे हैं। महाराष्ट्र का भी किसान हमने देखा कि रास्तों पर था। 26 तारीख को पूरे देश का मजदूर रास्तों पर था, हड़ताल थी। तो लगातार ये तो आंदोलन दिख रहे हैं। और 2014 से जिस तरह से लगातार किसान मजदूर विरोधी बिल ये सरकार लेके आ रही है, तो लोग तो रास्तों पर है और ये आंदोलन कम नहीं होंगे, ये बढ़ते ही जाएंगे। और उसके साथ साथ जैसे कि ये मतलब बहुत ही प्रेरणा मिलती है इन सब आंदोलनों से। और यही आंदोलनों को देखते हुए हम लोग भी कैंपसों में इनसे सीखते हैं और वहाँ पर भी अपनी आवाज़ बुलंद करते हैं। तो छात्र नौजवान भी हम इस आंदोलन के साथ हैं और उसी सॉलिडारिटी में आज हम लोग यहाँ पर आए हैं।